ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ 3 ਗ੍ਰਿਫਤਾਰੀਆਂ ਕਦੋਂ ਕਦੋਂ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਵਾਲੀ ਸਮਾਗਮ ਤੇ ਤਮਤਾਨ ਵਿਖੇ ਪਹਿਲੀ ਗ੍ਰਿਫਤਾਰੀ 8 ਨਵੰਬਰ 1665। ਸੈਫਾਬਾਦ ਦੇ ਪ੍ਰਚਾਰ ਸਮਾਗਮਾਂ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਸੁਨਾਮ, ਛਾਜਲੀ ਤੇ ਲਹਿਰਾ ਗਾਗਾ ਦੀਆਂ ਸੰਗਤਾਂ ਨੂੰ ਨਵਾਜ਼ਦਿਆਂ ਹੋਇਆਂ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਭਾਈ ਦਗੋ ਪਾਸ ਤਮਤਾਨ ਪੁੱਜ ਗਏ ਸਨ। ਅਜੇ 6 ਕੁ ਮਹੀਨੇ ਪਹਿਲਾਂ ਹੀ ਇਸ ਨਗਰ ਵਿੱਚ ਸਤਿਗੁਰੂ ਜੀ ਨੇ ਵਿਸਾਖੀ ਦੇ ਧਰਮ ਪ੍ਰਚਾਰ ਸਮਾਗਮ ਰਚ ਕੇ ਸਿੱਖ ਮੱਤ ਦੀ ਚੜ੍ਹਤਲ ਦੇ ਭਰਵੇਂ ਰੌਣਕ ਮੇਲੇ ਲਗਾਏ ਸਨ, ਜਿਸ ਬਾਰੇ ਬੜੀਆਂ ਵੱਧ ਘੱਟ ਅਤੇ ਸੱਚੀਆਂ ਝੂਠੀਆਂ ਰਿਪੋਰਟਾਂ ਦਿੱਲੀ ਹਕੂਮਤ ਤੱਕ ਪੁੱਜੀਆਂ ਸਨ। 1665 ਦੀ ਦੀਵਾਲੀ ਦੇ ਮੌਕੇ ਤੇ ਭਾਈ ਦਗੋ ਜੀ ਤੇ ਸੰਗਤਾਂ ਨੇ ਤਮਤਾਨ ਵਿਖੇ ਸਤਿਗੁਰਾਂ ਦੇ ਕੇਂਦਰੀ ਸਮਾਗਮ ਨੂੰ ਵੱਡੀ ਪੱਧਰ ਤੇ ਮਨਾਇਆ। ਦੀਵਾਲੀ ਦਾ ਕੇਂਦਰੀ ਗੁਰਮਤਿ ਸਮਾਗਮ ਵੀ ਬਹੁਤ ਵੱਡੀ ਰੌਣਕ ਵਾਲਾ ਸੀ। ਭਾਈ ਦਗੋ ਦੇ ਪ੍ਰੇਮ ਭਰੇ ਸੱਦਿਆਂ ਤੇ ਸਤਿਗੁਰਾਂ ਦੀ ਅਤ ਪ੍ਰਭਾਵਸ਼ਾਲੀ ਸ਼ਖਸੀਅਤ ਕਾਰਨ ਆਸ-ਪਾਸ ਦੇ ਬਾਂਗਰ ਦੇਸ਼ ਦੇ ਸਮੂਹ ਨਰ ਨਾਰੀ ਬੜੀ ਵੱਡੀ ਸੰਖਿਆ ਵਿੱਚ ਗੁਰੂ ਪਾਤਸ਼ਾਹ ਦੇ ਉਪਦੇਸ਼ ਸੁਣਨ ਲਈ ਤਮਤਾਨ ਪੁੱਜੇ। ਗੁਰੂ ਕੀਆਂ ਸਾਖੀਆਂ ਸਾਖੀ ਨੰਬਰ 21 ਮੁਤਾਬਕ ਸਤਿਗੁਰਾਂ ਨੇ ਸਭ ਨੂੰ ਵਾਹਿਦ ਪਰਮੇਸ਼ਰ ਦੇ ਲੜ ਲੱਗ ਕੇ ਸਭ ਭਰਮ ਵਹਿਮ ਤੇ ਫੋਕੇ ਕਰਮ ਕਾਂਡ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਦੇ ਝੰਡੇ ਹੇਠ ਇਕੱਠੇ ਹੋਣ ਦੀ ਭਰਪੂਰ ਪ੍ਰੇਰਨਾ ਕੀਤੀ। ਨਾ ਕਿਸੇ ਦੀ ਤਾਕਤ ਤੋਂ ਡਰਨ ਤੇ ਨਾ ਹੀ ਕਿਸੇ ਨੂੰ ਆਪਣੀ ਤਾਕਤ ਨਾਲ ਡਰਾਉਣ ਦੇ ਅਸੂਲ ਨੂੰ ਹਿਰਦੇ ਵਿੱਚ ਧਾਰਨ ਕਰਕੇ ਤੇ ਰੱਬ ਪ੍ਰਸਤ ਬਣ ਕੇ ਇੱਜ਼ਤ ਅਣਖ ਅਰ ਗੈਰਤ ਵਾਲੀ ਜ਼ਿੰਦਗੀ ਬਸਰ ਕਰਨ ਦੀ ਭਰਵੀਂ ਪ੍ਰੇਰਨਾ ਦਿੱਤੀ। ਸਿੱਖ ਮੱਤ ਦੀ ਆਮ ਚੜ੍ਹਤਲ ਅਤੇ ਤਮਤਾਨ ਵਿਖੇ ਉੱਪਰ ਥਲੀ ਹੋਏ ਵਿਸਾਖੀ ਤੇ ਦੀਵਾਲੀ ਵਾਲੇ ਬੇਹੱਦ ਵੱਡੀ ਗਿਣਤੀ ਦੇ ਸਮਾਗਮਾਂ ਬਾਰੇ ਹਕੂਮਤ ਤੱਕ ਪੁੱਜੀਆਂ ਵੱਧ ਘੱਟ ਰਿਪੋਰਟਾਂ ਕਾਰਨ ਹਕੂਮਤ ਵੱਲੋਂ ਆਲਮ ਖਾਨ ਰੋਹੇਲੇ ਨੂੰ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ। ਭੱਟ ਵਹੀ ਜਾਦੋ ਬੰਸੀਆਂ ਖਾਤਾ ਬੜਤੀਆਂ ਮੁਤਾਬਕ ਆਲਮ ਖਾਨ ਫੌਜ ਸਮੇਤ ਤਮਤਾਨ ਆ ਚੜ੍ਹਿਆ ਅਤੇ 8 ਨਵੰਬਰ 1665 ਨੂੰ ਗੁਰੂ ਤੇਗ ਬਹਾਦਰ ਨੂੰ ਉਹਨਾਂ ਦੇ ਮੁਖੀ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਗਵਾਲ ਦਾਸ, ਭਾਈ ਗੁਰਦਾਸ ਸੰਗਤ ਅਤੇ ਦਿਆਲ ਦਾਸ ਸਮੇਤ ਗ੍ਰਿਫਤਾਰ ਕਰ ਲਿਆ। ਸਰੂਪ ਦਾਸ ਜਾਂ ਸਵਰੂਪ ਸਿੰਘ ਭੱਲਾ ਲਿਖਤ ਮਹਿਮਾ ਪ੍ਰਕਾਸ਼ ਅਨੁਸਾਰ ਗੁਰੂ ਸਾਹਿਬ ਅਤੇ ਇਹਨਾਂ ਮੁਖੀ ਸਿੱਖਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦ ਉਹ ਆਪਣੀ ਟੁਕੜੀ ਨੂੰ ਜੰਗਲ ਵਿੱਚ ਸ਼ਸਤਰ ਵਿਦਿਆ ਦੇ ਅਭਿਆਸ ਕਰਾਉਣ ਲਈ ਲੈ ਗਏ ਸਨ। ਇੱਥੇ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ 8 ਨਵੰਬਰ 1665 ਵਾਲੀ ਗ੍ਰਿਫਤਾਰੀ ਹਕੂਮਤ ਵੱਲੋਂ ਕੀਤੀਆਂ ਗਈਆਂ 3 ਗ੍ਰਿਫਤਾਰੀਆਂ ਵਿੱਚੋਂ ਪਹਿਲੀ ਗ੍ਰਿਫਤਾਰੀ ਹੀ ਸੀ। ਸਤਿਗੁਰਾਂ ਨੂੰ ਆਪ ਦੇ ਉਪਰੋਕਤ ਸਾਥੀ ਸਿੱਖਾਂ ਸਮੇਤ ਗ੍ਰਿਫਤਾਰ ਕਰਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਰਵਾਇਤਾਂ ਅਨੁਸਾਰ ਚਲੇ ਆ ਰਹੇ ਸਿੱਖ ਇਤਿਹਾਸ ਵਿੱਚ ਅਤੇ ਢਾਡੀ ਸਿੰਘਾਂ ਦੀਆਂ ਵਾਰਾਂ ਵਿੱਚ ਔਰੰਗਜ਼ੇਬ ਅਤੇ ਸਤਿਗੁਰਾਂ ਦਰਮਿਆਨ ਹੋਈ ਲੰਬੀ ਵਾਰਤਾਲਾਪ ਦਾ ਆਮ ਜ਼ਿਕਰ ਆਉਂਦਾ ਹੈ। ਮੋਹਰਲੇ ਖੋਜੀ ਇਤਿਹਾਸਕਾਰਾਂ ਨੇ ਦੋਹਾਂ ਦਰਮਿਆਨ ਹੋਈ ਲੰਬੀ ਵਾਰਤਾਲਾਪ ਨੂੰ ਇਸ ਦਲੀਲ ਦੇ ਆਧਾਰ ਤੇ ਬੇਬੁਨਿਆਦ ਤੇ ਗਲਤ ਐਲਾਨਿਆ ਹੈ ਕਿ ਮੁਆਸਰ ਆਲਮਗੀਰੀ ਅਨੁਸਾਰ ਔਰੰਗਜ਼ੇਬ 7 ਅਪ੍ਰੈਲ 1674 ਤੋਂ 29 ਮਾਰਚ 1676 ਤੱਕ ਦਿੱਲੀ ਵਿੱਚ ਹੀ ਨਹੀਂ ਸੀ ਔਰ ਇਸ ਦੌਰਾਨ ਉਹ ਹਸਨ ਅਬਦਾਲ ਪੰਜਾ ਸਾਹਿਬ ਫਰੰਟੀਅਰ ਦੇ ਕਬੀਲਿਆਂ ਨੂੰ ਸੋਧਣ ਲਈ ਦਿੱਲੀ ਤੋਂ ਬਾਹਰ ਗਿਆ ਹੋਇਆ ਸੀ। ਰਵਾਇਤੀ ਇਤਿਹਾਸ ਵਿੱਚ ਪ੍ਰਚਾਰ ਅਤੇ ਦੱਸੀ ਜਾ ਰਹੀ ਔਰੰਗਜ਼ੇਬ ਅਤੇ ਗੁਰੂ ਸਾਹਿਬ ਵਿੱਚ ਹੋਈ ਵਾਰਤਾਲਾਪ ਨਿਸ਼ਚਿਤ ਤੌਰ ਤੇ ਇਤਿਹਾਸਕ ਹੈ ਔਰ ਕਿਸੇ ਤਰ੍ਹਾਂ ਵੀ ਬੇਬੁਨਿਆਦ ਨਹੀਂ, ਪਰ ਗਲਤੀ ਨਾਲ ਇਸ ਨੂੰ 1675 ਵਿੱਚ ਹੋਈ ਸਤਿਗੁਰਾਂ ਦੀ ਤੀਜੀ ਗ੍ਰਿਫਤਾਰੀ ਨਾਲ ਜੋੜ ਕੇ ਦੱਸਿਆ ਜਾ ਰਿਹਾ ਹੈ, ਜਦਕਿ ਪਹਿਲੀ ਗ੍ਰਿਫਤਾਰੀ ਅਸਲ ਵਿੱਚ 1665 ਵਿੱਚ ਹੋਈ ਸੀ। ਜੇ ਸਾਨੂੰ ਸਤਿਗੁਰਾਂ ਦੀਆਂ ਤਿੰਨੋਂ ਗ੍ਰਿਫਤਾਰੀਆਂ ਬਾਰੇ ਪੂਰੇ ਵੇਰਵੇ ਪਤਾ ਚੱਲ ਜਾਂਦੇ ਤਾਂ ਔਰੰਗਜ਼ੇਬ ਅਤੇ ਸਤਿਗੁਰਾਂ ਦਰਮਿਆਨ ਹੋਈ ਲੰਬੀ ਵਾਰਤਾਲਾਪ ਸਪਸ਼ਟ ਤੌਰ ਤੇ ਪਹਿਲਾਂ ਹੀ ਇਤਿਹਾਸਕ ਸਾਬਤ ਹੋ ਜਾਣੀ ਸੀ। ਐਸ ਕੇ ਭੂਆਂ ਦੀ ਬਾਦਸ਼ਾਹੀ ਬਰੰਜੀ ਦੀ ਸਾਖੀ ਨੰਬਰ 116 ਵਿੱਚ ਵੀ ਦੋਹਾਂ ਦਰਮਿਆਨ ਹੋਈ ਲੰਬੀ ਮੁਲਾਕਾਤ ਦਾ ਜ਼ਿਕਰ ਹੈ। ਇਸ ਲਿਖਤ ਅਨੁਸਾਰ ਔਰੰਗਜ਼ੇਬ ਨੇ ਰਾਜਨੀਤੀ ਵਰਤਦਿਆਂ
ਪਹਿਲਾਂ ਗੁਰੂ ਸਾਹਿਬ ਨੂੰ ਬਹੁਤ ਸਤਿਕਾਰ ਨਾਲ ਇਸਲਾਮ ਧਾਰਨ ਕਰਨ ਲਈ ਪ੍ਰੇਰਨਾ ਦਿੱਤੀ ਅਤੇ ਗੱਲ ਨਾ ਬਣਦੀ ਦੇਖ ਕੇ ਸਤਿਗੁਰਾਂ ਨੂੰ ਦਲੀਲਾਂ ਦੇ ਕੇ ਆਪਣੇ ਅਨੁਕੂਲ ਕਰਨ ਦਾ ਯਤਨ ਕੀਤਾ ਕਿ ਸਾਰੇ ਦੇਸ਼ ਵਿੱਚ ਜੇ ਇੱਕੋ ਮਤ ਇਸਲਾਮ ਹੋ ਜਾਵੇ ਤਾਂ ਇਸ ਦੇ ਬਹੁਤ ਲਾਭ ਹੋਣਗੇ, ਕਿਉਂਕਿ ਉਸ ਸੂਰਤ ਵਿੱਚ ਦੇਸ਼ ਵਿੱਚ ਆਪਸੀ ਫਿਰਕੂ ਝਗੜੇ ਨਹੀਂ ਪੈਦਾ ਹੋ ਸਕਣਗੇ। ਮਨ ਭਾਉਂਦਾ ਨਤੀਜਾ ਨਾ ਨਿਕਲਣ ਉੱਤੇ ਬਾਦਸ਼ਾਹ ਨੇ ਸਤਿਗੁਰਾਂ ਨੂੰ ਤਸੀਹਾਂ ਦੇ ਖੌਫ ਦੱਸੇ ਅਤੇ ਮੌਤ ਦੇ ਡਰਾਵੇ ਦਿੱਤੇ। ਬਾਦਸ਼ਾਹ ਬਰੰਜੀ ਦੀ ਸਾਖੀ ਨੰਬਰ 116 ਅਨੁਸਾਰ ਬਾਦਸ਼ਾਹ ਔਰੰਗਜ਼ੇਬ ਨੇ ਲੰਬੀ ਮੁਲਾਕਾਤ ਦੇ ਨਾ ਕਾਮਯਾਬ ਹੋ ਜਾਣ ਅਤੇ ਗੱਲ ਸਿਰੇ ਨਾ ਚੜ੍ਹਨ ਪੁਰ ਤੰਗ ਪੈ ਕੇ ਗੁਰੂ ਸਾਹਿਬ ਨੂੰ ਫਾਂਸੀ ਚਾੜਨ ਦਾ ਹੁਕਮ ਜਾਰੀ ਕਰ ਦਿੱਤਾ ਸੀ। ਔਰੰਗਜ਼ੇਬ ਦਾ ਜਾਰੀ ਕੀਤਾ ਇਹ ਹੁਕਮ ਲਾਗੂ ਨਾ ਹੋ ਸਕਿਆ, ਕਿਉਂਕਿ ਇਸ ਮਾਮਲੇ ਵਿੱਚ ਅੰਬੇਰਪਤੀ ਰਾਜਾ ਜੈ ਸਿੰਘ ਦੀ ਪਤਨੀ ਪੁਸ਼ਪਾ ਰਾਣੀ, ਜੋ ਗੁਰੂ ਘਰ ਦੀ ਬਹੁਤ ਸ਼ਰਧਾਲੂ ਸੀ, ਆਪਣੇ ਪੁੱਤਰ ਰਾਜਾ ਰਾਮ ਸਿੰਘ ਦੇ ਜ਼ਰੀਏ ਅਪਰਤੱਖ ਅਤੇ ਅਸਿੱਧੇ ਰੂਪ ਵਿੱਚ ਦਖਲ ਅੰਦਾਜ਼ ਹੋਈ ਸੀ, ਜਿਸ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ। ਰਾਣੀ ਪੁਸ਼ਪਾ ਅਤੇ ਸਤਿਗੁਰਾਂ ਦੀ ਪਹਿਲੀ ਗ੍ਰਿਫਤਾਰੀ ਤੋਂ ਰਿਹਾਈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਦੌਰਾਨ ਔਰੰਗਜ਼ੇਬ ਨਾਲ ਹੋਈ ਲੰਬੀ ਵਾਰਤਾਲਾਪ ਨਾਕਾਮਯਾਬ ਹੋ ਗਈ ਅਤੇ ਨਤੀਜੇ ਦੇ ਤੌਰ ਤੇ ਉਸਨੇ ਬਹੁਤ ਸਖਤ ਹੁਕਮ ਜਾਰੀ ਕਰ ਦਿੱਤੇ। ਇਤਿਹਾਸਕ ਖੋਜ ਦੱਸਦੀ ਹੈ ਕਿ ਦਿੱਲੀ ਦਰਬਾਰ ਵੱਲੋਂ ਹੋਈ ਇਸ ਗ੍ਰਿਫਤਾਰੀ ਤੋਂ ਰਿਹਾਈ ਅੰਬੇਰ ਦੀ ਸਿੱਖ ਸ਼ਰਧਾਲੂ ਬੀਬੀ ਪੁਸ਼ਪਾ ਰਾਣੀ ਦੇ ਯਤਨਾਂ ਨਾਲ ਹੋ ਸਕੀ ਸੀ। ਅੰਬੇਰ ਦੇ ਰਾਜਾ ਜੈ ਸਿੰਘ ਦੇ ਔਰੰਗਜ਼ੇਬ ਦੀ ਮੁਗਲ ਹਕੂਮਤ ਨਾਲ ਬਹੁਤ ਗੂੜ੍ਹੇ ਸਬੰਧ ਸਨ। ਔਰੰਗਜ਼ੇਬ ਦੇ ਰਾਜ ਵਿਸਥਾਰ ਵਿੱਚ ਇਸ ਖਾਨਦਾਨ ਦੇ ਯੋਗਦਾਨ ਨੇ ਬਹੁਤ ਵਾਧਾ ਕੀਤਾ ਸੀ। ਜੈ ਸਿੰਘ ਨੇ ਰਾਜਪੂਤਾਨੇ ਤੋਂ ਛੁੱਟ ਦੱਖਣ ਦੇ ਬਹੁਤ ਸਾਰੇ ਇਲਾਕੇ ਫਤਿਹ ਕਰਕੇ ਮੁਗਲ ਹਕੂਮਤ ਦੇ ਜ਼ੇਰ ਕੀਤੇ ਸਨ। ਇਸ ਜੈ ਸਿੰਘ ਦੇ ਪੁੱਤਰ ਰਾਜਾ ਰਾਮ ਸਿੰਘ ਦਾ ਵੀ ਔਰੰਗਜ਼ੇਬ ਦੇ ਦਰਬਾਰ ਵਿੱਚ ਉੱਚਾ ਸਤਿਕਾਰ ਸੀ। ਰਾਜਾ ਜੈ ਸਿੰਘ ਦੀ ਘਰਵਾਲੀ ਪੁਸ਼ਪਾ ਰਾਣੀ ਗੁਰੂ ਘਰ ਦੀ ਪੁੱਜ ਕੇ ਸ਼ਰਧਾਲੂ ਸੀ। ਦਿੱਲੀ ਵਿੱਚ ਭਾਈ ਕਲਿਆਣੇ ਦੀ ਪ੍ਰਮੁੱਖ ਸਿੱਖ ਧਰਮਸ਼ਾਲਾ ਦਿਲਵਾਲੀ ਮੁਹੱਲੇ ਵਿੱਚ ਸੀ। ਦਿੱਲੀ ਦੇ ਮੁਖੀ ਸਿੱਖਾਂ ਤੋਂ ਇਲਾਵਾ ਪੰਜਾਬ ਤੋਂ ਵੀ ਸਿੱਖ ਇਸ ਧਰਮਸ਼ਾਲਾ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਆਪਣੇ ਸਫ਼ਰਾਂ ਦੌਰਾਨ ਉੱਥੇ ਟਿਕ ਜਾਂਦੇ ਸਨ। ਪੁਸ਼ਪਾ ਰਾਣੀ ਦਾ ਗੁਰੂ ਘਰ ਦੀ ਸ਼ਰਧਾਲੂ ਹੋਣ ਕਾਰਨ ਭਾਈ ਕਲਿਆਣੇ ਦੀ ਧਰਮਸ਼ਾਲਾ ਵਿੱਚ ਕਾਫੀ ਆਉਣਾ ਜਾਣਾ ਸੀ ਅਤੇ ਮੁਖੀ ਅਰ ਉੱਘੇ ਸਿੰਘਾਂ ਦੀ ਵੀ ਰਾਣੀ ਤੱਕ ਚੰਗੀ ਰਸਾਈ ਸਮਝੀ ਜਾਂਦੀ ਸੀ। ਜਦ ਔਰੰਗਜ਼ੇਬ ਦੇ ਫੌਜੀ ਜਰਨੈਲ ਆਲਮ ਖਾਂ ਰੋਹੇਲੇ ਦੁਆਰਾ ਗ੍ਰਿਫਤਾਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਲਿਆਂਦਾ ਗਿਆ, ਉਸ ਸਮੇਂ ਮੁਖੀ ਸਿੱਖ ਚੌਪਤ ਰਾਏ ਤੇ ਦੀਵਾਨ ਦਰਗਾਮਲ ਪੁਸ਼ਪਾ ਰਾਣੀ ਕੋਲ ਪੁੱਜੇ। ਰਾਣੀ ਨੇ ਇਹਨਾਂ ਮੁਖੀ ਸਿੱਖਾਂ ਦਾ ਆਦਰ ਮਾਣ ਕੀਤਾ, ਉਹਨਾਂ ਦੀ ਚੰਗੀ ਆਓ ਭਗਤ ਕੀਤੀ ਤੇ ਸੇਵਾ ਵੀ। ਸਿੱਖਾਂ ਨੂੰ ਰਾਣੀ ਨੇ ਦਿਲੋਂ ਮਨੋਂ ਹੌਸਲਾ ਦਿੱਤਾ ਕਿ ਯਤਨ ਕਰਕੇ ਸਤਿਗੁਰਾਂ ਅਤੇ ਉਹਨਾਂ ਦੇ ਸਾਥੀ ਸਿੱਖਾਂ ਨੂੰ ਔਰੰਗਜ਼ੇਬ ਦੀ ਕੈਦ ਤੋਂ ਛੁਡਵਾ ਲਿਆ ਜਾਵੇਗਾ। ਸਵਰੂਪ ਸਿੰਘ ਦੀਆਂ ਗੁਰੂ ਕੀਆਂ ਸਾਖੀਆਂ ਦੀ ਸਾਖੀ ਨੰਬਰ 22 ਵਿੱਚ ਪੁਸ਼ਪਾ ਰਾਣੀ ਵੱਲੋਂ ਕੀਤੇ ਉਪਰੋਕਤ ਦਾਅਵੇ ਦਾ ਖੁੱਲ੍ਹਾ ਜ਼ਿਕਰ ਹੈ। ਰਾਣੀ ਨੇ ਆਪਣੇ ਪੁੱਤਰ ਰਾਜਾ ਰਾਮ ਸਿੰਘ ਨੂੰ ਔਰੰਗਜ਼ੇਬ ਨੂੰ ਸਮਝਾਉਣ ਅਤੇ ਆਪਣੇ ਨਿੱਜੀ ਸੰਬੰਧਾਂ ਦਾ ਰਸੂਖ ਵਰਤ ਕੇ ਨਿੱਜੀ ਪ੍ਰਭਾਵ ਪਾਉਣ ਲਈ ਕਿਹਾ। ਰਾਜਾ ਰਾਮ ਸਿੰਘ ਨੇ ਬਾਦਸ਼ਾਹ ਨੂੰ ਸਪਸ਼ਟ ਸਮਝਾਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਕਰ ਰੱਖਣ ਜਾਂ ਕੋਈ ਵੀ ਦੰਡ ਦੇਣ ਨਾਲ ਮੁਗਲ ਹਕੂਮਤ ਨੂੰ ਕੋਈ ਫਾਇਦਾ ਨਹੀਂ ਹੋ ਸਕੇਗਾ। ਇਸ ਤਰੀਕੇ ਨਾਲ ਬਦਨਾਮੀ ਅਤੇ ਜਲਾਲਤ ਤੋਂ ਬਿਨਾਂ ਹਕੂਮਤ ਨੂੰ ਕੁਝ ਵੀ ਹਾਸਲ ਨਹੀਂ ਹੋ ਸਕੇਗਾ। ਰਾਮ ਸਿੰਘ ਨੇ ਜ਼ੋਰਦਾਰ ਦਲੀਲਾਂ ਦੇ ਕੇ ਔਰੰਗਜ਼ੇਬ ਨੂੰ ਇਹ ਤੱਥ ਸਮਝਾ ਦਿੱਤਾ ਕਿ ਇਹ ਸਭ ਕੁਝ ਕਰਨ ਨਾਲ ਬਾਦਸ਼ਾਹ ਦੀ ਸ਼ਾਨ ਵਿੱਚ ਥੋੜਾ ਜਿਤਨਾ ਇਜ਼ਾਫਾ ਵੀ ਨਹੀਂ ਹੋਵੇਗਾ ਅਤੇ ਕੇਵਲ ਬਦਨਾਮੀ ਹੀ ਪੱਲੇ ਪਵੇਗੀ। ਵਕਤੀ ਤੌਰ ਤੇ ਰਾਮ ਸਿੰਘ ਦੀ ਸਮਝਾਉਣੀ ਕਿਸੇ ਹੱਦ ਤੱਕ ਔਰੰਗਜ਼ੇਬ ਦੇ ਖਾਨੇ ਪੈ ਗਏ। ਰਾਮ ਸਿੰਘ ਨੇ ਬਾਦਸ਼ਾਹ ਪਾਸ ਇਹ ਪ੍ਰਸਤਾਵ ਵੀ ਪੇਸ਼ ਕੀਤਾ ਸੀ ਕਿ ਹਕੂਮਤ ਇਸ ਕੇਸ ਵਿੱਚ ਸੁਰਖਰੂ ਹੋਣ ਲਈ ਗੁਰੂ ਸਾਹਿਬ ਨੂੰ ਰਾਜਾ ਰਾਮ ਸਿੰਘ ਦੀ ਸਪੁਰਦਗੀ ਵਿੱਚ ਦੇ ਸਕਦੀ ਹੈ। ਔਰੰਗਜ਼ੇਬ ਨੇ ਐਸਾ ਹੀ ਕੀਤਾ। ਭਟਵਹੀ ਜਾਦੋ ਬੰਸੀਆਂ ਮੁਤਾਬਕ ਲਗਭਗ 1 ਮਹੀਨੇ ਦੀ ਕੈਦ ਪਿੱਛੋਂ 13 ਦਸੰਬਰ 1665 ਨੂੰ ਸਤਿਗੁਰਾਂ ਨੂੰ ਰਾਜਾ ਰਾਮ ਸਿੰਘ ਦੀ ਸਪੁਰਦਦਾਰੀ ਵਿੱਚ ਦੇ ਦਿੱਤਾ ਗਿਆ। ਸਰਦਾਰ ਪਿਆਰਾ ਸਿੰਘ ਪਦਮੋ ਅਨੁਸਾਰ ਤਾਂ ਖੁਦ ਪੁਸ਼ਪਾ ਰਾਣੀ
ਅਤੇ ਰਾਮ ਸਿੰਘ ਦਾ ਘਰਾਣਾ ਸਤਿਗੁਰਾਂ ਦਾ ਬਹੁਤ ਸ਼ਰਧਾਲੂ ਸੀ ਅਤੇ ਉਹਨਾਂ ਨੂੰ ਜਿਉਂ ਹੀ ਸਤਿਗੁਰਾਂ ਦੀ ਗ੍ਰਿਫਤਾਰੀ ਬਾਰੇ ਪਤਾ ਚੱਲਿਆ ਸੀ, ਉਹ ਸਭ ਬਹੁਤ ਤੜਫੇ ਸਨ। ਕੁਝ ਮੁਖੀ ਸਿੱਖ ਉਸੇ ਦਿਨ ਪੁਸ਼ਪਾ ਰਾਣੀ ਨੂੰ ਫਿਰ ਮਿਲੇ ਤਾਂ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਰਾਮ ਸਿੰਘ ਦੀ ਸਪੁਰਦਦਾਰੀ ਵਿੱਚੋਂ, ਜੋ ਬਹੁਤ ਹੱਦ ਤੱਕ ਰਸਮੀ ਜਿਹੀ ਹੀ ਸੀ, ਵੀ ਪੂਰੀ ਤਰ੍ਹਾਂ ਬਾਹਰ ਨਿਕਲ ਸਕਣ। ਪੁਸ਼ਪਾ ਰਾਣੀ ਨੇ ਆਪਣੇ ਪੁੱਤਰ ਰਾਜਾ ਰਾਮ ਸਿੰਘ ਨਾਲ ਗੱਲ ਕੀਤੀ ਅਤੇ ਸਮਝਾਇਆ ਕਿ ਗੁਰੂ ਸਾਹਿਬ ਤਾਂ ਸਿਰਫ ਸੱਚ ਧਰਮ ਦਾ ਪ੍ਰਚਾਰ ਕਰ ਰਹੇ ਸਨ, ਜਾਂ ਫਿਰ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਪਟਨੇ ਜਾ ਰਹੇ ਸਨ। ਇਸ ਸਭ ਕਾਸੇ ਵਿੱਚ ਔਰੰਗਜ਼ੇਬ ਦੀ ਹਕੂਮਤ ਦੀ ਕਿਵੇਂ ਵੀ ਵਿਰੋਧਤਾ ਨਹੀਂ ਸੀ। ਪੁਸ਼ਪਾ ਰਾਣੀ ਨੂੰ ਆਪਣੇ ਘਰਾਣੇ ਵੱਲੋਂ ਅਤੇ ਉਸ ਦੇ ਪਤੀ ਜੈ ਸਿੰਘ ਵੱਲੋਂ ਮੁਗਲਿਆ ਸਲਤਨਤ ਦੇ ਵਾਧੇ ਅਤੇ ਫੈਲਾਅ ਲਈ ਪਾਏ ਜਾ ਰਹੇ ਯੋਗਦਾਨ ਦਾ ਪਤਾ ਹੋਣ ਕਾਰਨ ਦਿੱਲੀ ਦਰਬਾਰ ਵਿੱਚ ਆਪਣੇ ਉੱਚੇ ਰਸੂਖ ਦੀ ਵੀ ਚੰਗੀ ਜਾਣਕਾਰੀ ਸੀ। ਇੱਥੇ ਸਾਨੂੰ ਇਹ ਵੀ ਮਾਲੂਮ ਹੋਣਾ ਚਾਹੀਦਾ ਹੈ ਕਿ ਉਸ ਦਾ ਪਤੀ ਮਿਰਜ਼ਾ ਰਾਜਾ ਜੈ ਸਿੰਘ ਇਸ ਸਮੇਂ ਵੀ ਮੁਗਲ ਰਾਜ ਦੇ ਵਾਧੇ ਅਤੇ ਫੈਲਾਅ ਲਈ ਮੁਹਿੰਮਾਂ ਉੱਤੇ ਦਿੱਲੀ ਤੋਂ ਦੂਰ ਦੱਖਣ ਵੱਲ ਗਿਆ ਹੋਇਆ ਸੀ। ਇਹ ਜਾਣ ਲੈਣਾ ਵੀ ਕੁਥਾਵਾਂ ਨਹੀਂ ਹੋਵੇਗਾ ਕਿ ਬਾਅਦ ਵਿੱਚ ਮੁਗਲ ਰਾਜ ਦੀ ਸੇਵਾ ਵਿੱਚ ਮੁਹਿੰਮਾਂ ਸਰ ਕਰਦਿਆਂ ਹੀ ਰਾਜਾ ਜੈ ਸਿੰਘ 10 ਜੁਲਾਈ 1667 ਨੂੰ ਬੁਰਹਾਨਪੁਰ ਵਿਖੇ ਮਰ ਗਿਆ ਸੀ। ਆਪਣੀ ਮਾਤਾ ਦੀ ਪ੍ਰੇਰਣਾ ਅਤੇ ਸਿੱਖਾਂ ਦੀ ਖੁਸ਼ੀ ਨੂੰ ਮਨ ਵਿੱਚ ਮਹਿਸੂਸ ਕਰਦਿਆਂ ਗੁਰੂ ਕੀਆਂ ਸਾਖੀਆਂ ਮੁਤਾਬਕ ਰਾਜਾ ਰਾਮ ਸਿੰਘ ਨੇ ਕੇਵਲ 3 ਦਿਨਾਂ ਪਿੱਛੋਂ ਔਰੰਗਜ਼ੇਬ ਨੂੰ ਦੱਸੇ ਪੁੱਛੇ ਬਿਨਾਂ ਆਪਣੀ ਸਪੁਰਦਦਾਰੀ ਵਿੱਚੋਂ ਵੀ ਬਾਹਰ ਕਰ ਦਿੱਤਾ। 16 ਦਸੰਬਰ 1665 ਨੂੰ ਪਟਨੇ ਜਾਣ ਲਈ ਪੂਰਬੀ ਭਾਰਤ ਦੇ ਦੌਰੇ ਲਈ ਪੂਰੇ ਅਦਬ ਸਤਿਕਾਰ ਨਾਲ ਦਿੱਲੀ ਤੋਂ ਵਿਦਾ ਕਰ ਦਿੱਤਾ। ਬਾਅਦ ਵਿੱਚ ਔਰੰਗਜ਼ੇਬ ਨੂੰ ਜਦ ਰਾਮ ਸਿੰਘ ਦੀ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਮਨ ਵਿੱਚ ਬਹੁਤ ਨਾਖੁਸ਼ ਹੋਇਆ। ਭਾਵੇਂ ਰਾਜਾ ਰਾਮ ਸਿੰਘ ਪ੍ਰਤੀ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਕਰ ਸਕਣਾ ਉਸ ਸਮੇਂ ਉਸ ਲਈ ਸੰਭਵ ਨਹੀਂ ਸੀ। ਆਗਰਾ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੂਜੀ ਗ੍ਰਿਫਤਾਰੀ ਅਪ੍ਰੈਲ 1670। ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਪੂਰਬ ਦੇਸ਼ ਵਿੱਚ ਕੀਤੇ ਜਾ ਰਹੇ ਪ੍ਰਚਾਰ ਦੀਆਂ ਖਬਰਾਂ ਵੀ ਦਿੱਲੀ ਹਕੂਮਤ ਤੱਕ ਪੁੱਜਦੀਆਂ ਰਹੀਆਂ ਸਨ। ਇਸ ਸਬੰਧ ਵਿੱਚ ਦਿੱਲੀ ਵੱਲੋਂ ਸਬੰਧਤ ਹਾਕਮਾਂ ਨੂੰ ਹਦਾਇਤਾਂ ਵੀ ਹੋਈਆਂ ਸਨ ਕਿ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਭੇਜ ਦਿੱਤਾ ਜਾਵੇ। ਗੁਰੂ ਸਾਹਿਬ ਜਦ ਆਗਰੇ ਪੁੱਜੇ ਤਾਂ ਅਸਥਾਨਕ ਹਾਕਮਾਂ ਨੂੰ ਪਤਾ ਚੱਲਣਪੁਰ ਟੋਲੀ ਦੇ ਬਾਕੀ ਗੁਰਸਿੱਖਾਂ ਸਮੇਤ ਸਤਿਗੁਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਤੀਦਾਸ ਜੀ, ਜੇਠਾ ਜੀ ਤੇ ਦੁਰਗਾ ਜੀ ਆਦਿਕ ਗੁਰਸਿੱਖ ਸਤਿਗੁਰਾਂ ਨਾਲ ਸਨ। ਦਿੱਲੀ ਦਰਬਾਰ ਦੇ ਹਾਕਮਾਂ ਅਨੁਸਾਰ ਸਤਿਗੁਰਾਂ ਨੂੰ ਸਖਤ ਪਹਿਰੇ ਹੇਠ ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਆਗਰੇ ਵਾਲੀ ਇਸ ਗ੍ਰਿਫਤਾਰੀ ਬਾਰੇ ਬਹੁਤਾ ਵੇਰਵਾ ਪੁਰਾਣੇ ਇਤਿਹਾਸਾਂ ਅੰਦਰੋਂ ਪ੍ਰਾਪਤ ਨਹੀਂ ਹੋ ਸਕਿਆ। ਉਂਝ ਕੁਝ ਸੁਣੀਆਂ ਸੁਣਾਈਆਂ ਬੇਬੁਨਿਆਦ ਕੱਚੀਆਂ ਕਹਾਣੀਆਂ ਜ਼ਰੂਰ ਪ੍ਰਚਲਿਤ ਹਨ। ਗਲਤ ਫਹਿਮੀ ਕਾਰਨ ਇਸ ਗ੍ਰਿਫਤਾਰੀ ਨੂੰ ਉਸ ਸਮੇਂ ਵਾਪਰੀ ਦੱਸਣ ਦਾ ਯਤਨ ਵੀ ਕੀਤਾ ਗਿਆ ਜਦ ਸਤਿਗੁਰੂ ਬ੍ਰਾਹਮਣਾਂ ਦੇ ਧਰਮ ਦੀ ਰਾਖੀ ਕਰਨ ਲਈ ਆਨੰਦਪੁਰ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋ ਚੁੱਕੇ ਸਨ ਅਤੇ ਦਿੱਲੀ ਪੁੱਜਣ ਲਈ ਆਗਰੇ ਵਾਲਾ ਗੈਰ ਕੁਦਰਤੀ ਜਿਹਾ ਰੂਟ ਫੜਿਆ ਪ੍ਰਚਲਿਤ ਕੀਤਾ ਗਿਆ। ਉਂਝ ਸਪਸ਼ਟ ਹੈ ਕਿ ਆਗਰੇ ਵਾਲੀ ਇਹ ਗ੍ਰਿਫਤਾਰੀ ਅਪ੍ਰੈਲ 1670 ਵਿੱਚ ਹੀ ਹੋਈ ਸੀ। ਇਸ ਗ੍ਰਿਫਤਾਰੀ ਦੌਰਾਨ ਸਤਿਗੁਰੂ 2 ਮਹੀਨੇ 13 ਦਿਨ ਸ਼ਾਹੀ ਫੌਜ ਦੀ ਨਜ਼ਰਬੰਦੀ ਹੇਠ ਦਿੱਲੀ ਵਿਖੇ ਕੈਦ ਰਹੇ ਸਨ। ਇਸ ਨਜ਼ਰਬੰਦੀ ਦੌਰਾਨ ਸੈਫ ਖਾਨ ਦਿੱਲੀ ਵਿਖੇ ਸਤਿਗੁਰਾਂ ਦੇ ਨਾਲ-ਨਾਲ ਜਾਂ ਆਸ-ਪਾਸ ਹੀ ਵਿਚਰਦਾ ਰਿਹਾ ਸੀ। ਮੁਗਲ ਹਕੂਮਤ ਵੱਲੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਦੂਜੀ ਗ੍ਰਿਫਤਾਰੀ ਸੀ। ਸਤਿਗੁਰਾਂ ਦੇ ਪ੍ਰਮਾਣਿਕ ਇਤਿਹਾਸ ਦੀ ਅਣਹੋਂਦ ਕਾਰਨ ਸਤਿਗੁਰਾਂ ਦੀ ਆਗਰੇ ਵਾਲੀ ਕੇਵਲ ਇੱਕੋ ਗ੍ਰਿਫਤਾਰੀ ਦਾ ਹੀ ਰਵਾਇਤੀ ਇਤਿਹਾਸ ਰਾਹੀਂ ਪ੍ਰਚਾਰ ਹੁੰਦਾ ਰਿਹਾ ਹੈ। ਇਹ ਪ੍ਰਚਾਰ ਹੁੰਦਾ ਵੀ ਗਲਤ ਢੰਗ ਨਾਲ ਰਿਹਾ ਹੈ, ਕਿਉਂਕਿ ਇਹ ਗ੍ਰਿਫਤਾਰੀ ਸਤਿਗੁਰਾਂ ਦੀ ਸ਼ਹੀਦੀ ਤੋਂ ਕੁਝ ਸਮੇਂ ਪਹਿਲੇ ਭਾਵ 1675 ਈਸਵੀ ਦੇ ਅੰਤਲੇ ਮਹੀਨਿਆਂ ਵਿੱਚ ਹੋਈ ਦੱਸੀ ਜਾਂਦੀ ਰਹੀ ਹੈ, ਜਦ ਕਿ ਅਸਲ ਵਿੱਚ ਆਗਰੇ ਵਾਲੀ ਗ੍ਰਿਫਤਾਰੀ ਸ਼ਹੀਦੀ ਤੋਂ 5.5 ਸਾਲ ਪਹਿਲੇ ਅਰਥਾਤ 1670 ਵਿੱਚ ਹੋਈ ਸੀ। ਕਵੀ ਸੰਤੋਖ ਸਿੰਘ
ਤੇ ਗਿਆਨੀ ਗਿਆਨ ਸਿੰਘ ਨੇ 1670 ਈਸਵੀ ਦੀ ਆਗਰੇ ਵਾਲੀ ਇਸ ਦੂਜੀ ਗ੍ਰਿਫਤਾਰੀ ਨੂੰ ਭੁਲੇਖੇ ਕਾਰਨ 1675 ਈਸਵੀ ਵਾਲੀ ਸ਼ਹੀਦੀ ਸਮੇਂ ਵਾਲੀ ਗ੍ਰਿਫਤਾਰੀ ਨਾਲ ਕੇਵਲ ਰਲਗੱਡ ਹੀ ਨਹੀਂ ਕੀਤਾ, ਬਲਕਿ ਇਸ ਨੂੰ ਸਤਿਗੁਰਾਂ ਦੀ ਇੱਕ ਮਾਤਰ ਗ੍ਰਿਫਤਾਰੀ ਦੇ ਤੌਰ ਤੇ ਪ੍ਰਗਟ ਕਰਕੇ ਸਤਿਗੁਰਾਂ ਦੀ ਸ਼ਹਾਦਤ ਵਾਲੀ 1675 ਦੀ ਗ੍ਰਿਫਤਾਰੀ ਨਾਲ ਜੋੜ ਦਿੱਤਾ ਹੈ। ਭਾਈ ਸੁੱਖਾ ਸਿੰਘ ਤੇ ਕੋਇਰ ਸਿੰਘ ਨੇ ਸਤਿਗੁਰਾਂ ਦੀ ਹੋਈ ਇਸ ਗ੍ਰਿਫਤਾਰੀ ਨੂੰ ਆਗਰੇ ਵਿਖੇ ਨਹੀਂ ਬਲਕਿ ਦਿੱਲੀ ਵਿਖੇ ਹੋਈ ਦੱਸਿਆ ਹੈ, ਜਦ ਕਿ ਅਸਲ ਵਿੱਚ 1670 ਵਾਲੀ ਗ੍ਰਿਫਤਾਰੀ ਸਮੇਂ ਆਪ ਆਗਰੇ ਤੋਂ ਆਪਣੇ ਸੇਵਕ ਸਿੱਖਾਂ ਸਮੇਤ ਦਿੱਲੀ ਲਿਆਂਦੇ ਗਏ ਸਨ ਅਤੇ ਮੂਲ ਰੂਪ ਵਿੱਚ ਦਿੱਲੀ ਤੋਂ ਗ੍ਰਿਫਤਾਰ ਨਹੀਂ ਸਨ ਕੀਤੇ ਗਏ ਅਤੇ ਇਸ ਗ੍ਰਿਫਤਾਰੀ ਦਾ ਸਨ ਵੀ 1670 ਸੀ, 1675 ਨਹੀਂ। ਸਤਿਗੁਰੂ ਜੀ ਦੀ ਦੂਜੀ ਗ੍ਰਿਫਤਾਰੀ ਤੋਂ ਰਿਹਾਈ। ਪੂਰਬ ਦੇਸ਼ ਤੋਂ ਦਿੱਲੀ ਵੱਲ ਆਉਂਦਿਆਂ ਰਾਹ ਵਿੱਚ ਸੈਫ ਖਾਨ ਸਤਿਗੁਰਾਂ ਨੂੰ ਮਿਲ ਚੁੱਕਾ ਸੀ। ਔਰੰਗਜ਼ੇਬ ਨਾਲ ਇਸ ਦੀ ਨਜ਼ਦੀਕੀ ਰਿਸ਼ਤੇਦਾਰੀ ਸੀ। ਇਸ ਦਾ ਸ਼ਾਹੀ ਦਰਬਾਰ ਵਿੱਚ ਚੰਗਾ ਪ੍ਰਭਾਵ ਸੀ। ਸੈਫ ਖਾਨ ਸਤਿਗੁਰਾਂ ਨੂੰ ਆਗਰੇ ਵੱਲ ਆਉਂਦਿਆਂ ਕਿੱਥੇ, ਕਦੋਂ ਤੇ ਕਿਵੇਂ ਮਿਲਿਆ, ਬਹੁਤਾ ਵੇਰਵਾ ਪ੍ਰਾਪਤ ਨਹੀਂ, ਪਰ ਭੱਟ ਵਹੀ ਮੁਲਤਾਨੀ ਮੁਤਾਬਕ 1670 ਵਾਲੀ ਦਿੱਲੀ ਵਿਖੇ ਹੋਈ ਸਾਰੀ ਨਜ਼ਰਬੰਦੀ ਦੌਰਾਨ ਸਤਿਗੁਰਾਂ ਦੇ ਨਾਲ ਜਾਂ ਨੇੜੇ ਤੇੜੇ ਵਿਚਰਦਾ ਰਿਹਾ। ਇਸ ਗ੍ਰਿਫਤਾਰੀ ਦੌਰਾਨ ਸਤਿਗੁਰੂ 2 ਮਹੀਨੇ 13 ਦਿਨ ਸ਼ਾਹੀ ਫੌਜ ਦੀ ਨਿਗਰਾਨੀ ਹੇਠ ਦਿੱਲੀ ਵਿੱਚ ਨਜ਼ਰਬੰਦ ਰਹੇ ਸਨ। ਇਸ ਨਜ਼ਰਬੰਦੀ ਜਾਂ ਕੈਦ ਵਿੱਚੋਂ ਨਿਕਲ ਸਕਣ ਦਾ ਮੁੱਖ ਵਸੀਲਾ ਸੈਫ ਖਾਨ ਦਾ ਨਿੱਜੀ ਰਸੂਖ ਤੇ ਰਾਜਸੀ ਪੋਜੀਸ਼ਨ ਹੀ ਸੀ। ਪ੍ਰਤੀਤ ਹੁੰਦਾ ਹੈ ਕਿ ਸੈਫ ਖਾਨ ਨੇ ਆਪਣਾ ਸਾਰਾ ਰਸੂਖ ਤੇ ਸਾਰੇ ਸਾਧਨ ਸਤਿਗੁਰਾਂ ਦੀ ਸ਼ਾਹੀ ਕੈਦ ਤੋਂ ਰਿਹਾਈ ਲਈ ਵਰਤ ਕੇ ਨਜ਼ਰਬੰਦੀ ਵਾਲਾ ਇਹ ਸਾਰਾ ਰੇੜਕਾ ਹਕੂਮਤ ਕੋਲੋਂ ਮੁਕਵਾ ਲਿਆ ਸੀ। ਪਟਵਹੀ ਤਲੌਂਡਾ ਪਰਗਣਾ ਜੀਤ ਮੁਤਾਬਕ ਸਤਿਗੁਰੂ 20 ਜੂਨ 1670 ਨੂੰ ਸੈਫ ਖਾਨ ਸਮੇਤ ਦਿੱਲੀ ਵਿਖੇ ਹੀ ਸਨ। ਸ਼ਾਹੀ ਫੌਜ ਦੀ ਨਜ਼ਰਬੰਦੀ ਤੋਂ ਰਿਹਾਈ ਹੋ ਜਾਣ ਪਿੱਛੋਂ ਸਤਿਗੁਰੂ ਆਪਣੀ ਟੋਲੀ ਸਮੇਤ ਦਿੱਲੀ ਵਿਖੇ ਭਾਈ ਕਲਿਆਣੇ ਦੀ ਧਰਮਸ਼ਾਲਾ ਵਿਖੇ ਪੁੱਜੇ। ਰਾਮ ਸਿੰਘ ਦੀ ਮਾਤਾ ਪੁਸ਼ਪਾ ਰਾਣੀ ਤੇ ਉਸ ਦੀ ਨੂੰਹ ਨੇ ਧਰਮਸ਼ਾਲਾ ਵਿਖੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਰਾਜਾ ਰਾਮ ਸਿੰਘ ਦੀ ਅਸਾਮ ਮੁਹਿੰਮ ਬਾਰੇ ਵੀ ਸਭ ਸਮਾਚਾਰ ਸਤਿਗੁਰਾਂ ਤੋਂ ਪ੍ਰਾਪਤ ਕੀਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੀਜੀ ਗ੍ਰਿਫਤਾਰੀ 11 ਜੁਲਾਈ 1675। ਔਰੰਗਜ਼ੇਬ 7 ਅਪ੍ਰੈਲ 1674 ਨੂੰ ਉੱਤਰ ਪੱਛਮ ਸੀਮਾ ਪ੍ਰਾਂਤ ਲਈ ਰਵਾਨਾ ਹੋਇਆ ਸੀ। ਹਸਨ ਅਬਦਾਲ ਵੱਲ ਜਾਂਦਿਆਂ ਉਹ ਮਈ 1674 ਨੂੰ ਸਰਹੰਦ ਤੋਂ ਲੰਘਿਆ ਸੀ। ਇਹ ਉਹ ਸਮਾਂ ਸੀ ਜਦ ਗੁਰੂ ਤੇਗ ਬਹਾਦਰ ਸਾਹਿਬ ਮਾਲਵੇ ਤੇ ਬਾਂਗਰ ਦੇਸ਼ ਦਾ ਪ੍ਰਚਾਰ ਦੌਰਾ ਕਰ ਰਹੇ ਸਨ। ਅਬਦੁਲ ਅਜ਼ੀਜ਼ ਦਿਲਾਵਰ ਖਾਂ ਉਸ ਸਮੇਂ ਸਰਹੰਦ ਦਾ ਸੂਬੇਦਾਰ ਸੀ। ਬਾਦਸ਼ਾਹ ਨੇ ਸੂਬੇਦਾਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਿੱਖ ਲਹਿਰ ਦੀਆਂ ਸਰਗਰਮੀਆਂ ਉੱਤੇ ਚੌਕਸੀ ਨਾਲ ਨਜ਼ਰ ਰੱਖਣ ਦੀ ਆਗਿਆ ਕੀਤੀ ਸੀ। ਬਾਦਸ਼ਾਹ ਵੱਲੋਂ ਸੂਬੇਦਾਰ ਨੂੰ ਸਤਿਗੁਰਾਂ ਦੀਆਂ ਸਮੇਂ-ਸਮੇਂ ਦੀਆਂ ਸਰਗਰਮੀਆਂ ਨੂੰ ਮੱਦੇ-ਨਜ਼ਰ ਰੱਖ ਕੇ ਚੌਕੰਨੇ ਰਹਿ ਕੇ ਯੋਗ ਕਾਰਵਾਈ ਕਰਨ ਸੰਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਸਰਕਾਰੀ ਕਾਰਿੰਦੇ ਜਦ ਸਤਿਗੁਰਾਂ ਦੀਆਂ ਸਰਗਰਮੀਆਂ ਬਾਰੇ ਜਾਣਨ ਲਈ ਆਨੰਦਪੁਰ ਸਾਹਿਬ ਪੁੱਜੇ ਤਾਂ ਪਤਾ ਚੱਲਿਆ ਕਿ ਸਤਿਗੁਰੂ ਮਾਲਵੇ ਦੇਸ਼ ਵਿੱਚ ਧਰਮ ਪ੍ਰਚਾਰ ਲਈ ਵਿਚਰ ਰਹੇ ਹਨ। ਹਕੂਮਤ ਦੇ ਕਰਿੰਦੇ ਮਾਲਵੇ ਅਤੇ ਬਾਂਗਰ ਦੇ ਇਲਾਕੇ ਵੱਲ ਆਪਣੀ ਤਹਿਕੀਕਾਤ ਲਈ ਚਲੇ ਗਏ ਸਨ, ਪਰ 1674 ਦੇ ਅੰਤ ਵਿੱਚ ਸਤਿਗੁਰਾਂ ਨੇ ਮਾਲਵੇ ਅਤੇ ਬਾਂਗਰ ਦਾ ਦੌਰਾ ਸਮਾਪਤ ਕਰ ਲਿਆ ਸੀ ਅਤੇ ਵਾਪਸ ਆਨੰਦਪੁਰ ਸਾਹਿਬ ਪੁੱਜ ਗਏ ਸਨ। ਇੱਥੋਂ ਦੀਆਂ ਸਰਗਰਮੀਆਂ ਅਤੇ ਗੁਰੂ ਘਰ ਦੇ ਸਮਾਚਾਰ ਹਕੂਮਤ ਨੇ ਨਾਲੋਂ ਨਾਲ ਪ੍ਰਾਪਤ ਕੀਤੇ ਸਨ। ਔਰੰਗਜ਼ੇਬ ਦੀਆਂ ਹਦਾਇਤਾਂ ਮੁਤਾਬਕ ਸੂਬੇਦਾਰ ਸਰਹੰਦ ਪੂਰੀ ਚੌਕਸੀ ਵਰਤ ਰਿਹਾ ਸੀ। 25 ਮਈ 1675 ਨੂੰ ਆਨੰਦਪੁਰ ਸਾਹਿਬ ਵਿਖੇ ਗੁਰੂ ਦਰਬਾਰ ਵਿਖੇ ਜਾਚਨਾ ਕਰਨ ਵਾਲੇ ਬ੍ਰਾਹਮਣੀ ਵਫਦ ਬਾਰੇ ਅਤੇ ਗੁਰੂ ਪਾਤਸ਼ਾਹ ਵੱਲੋਂ ਲਏ ਸਟੈਂਡ ਬਾਰੇ ਵੀ ਸਮਾਚਾਰ ਸੂਬੇਦਾਰ ਸਰਹੰਦ ਨੂੰ ਅਵੱਸ਼ ਹੀ ਮਿਲ ਰਹੇ ਸਨ। ਇੱਥੇ ਇਹ ਗੱਲ ਤਾਂ ਵੈਸੇ ਹੀ ਸਰਬਦਿੱਤਤ ਹੈ ਕਿ ਪੰਡਤਾਂ ਦਾ ਵਫਦ 25 ਮਈ 1675 ਨੂੰ ਆਨੰਦਪੁਰ ਸਾਹਿਬ ਗਿਆ ਸੀ ਅਤੇ ਇਸ ਤੋਂ ਢੇਰ ਚਿਰ ਪਹਿਲਾਂ ਔਰੰਗਜ਼ੇਬ ਦਿੱਲੀ ਤੋਂ 7 ਅਪ੍ਰੈਲ 1674 ਨੂੰ ਕੂਚ ਕਰਕੇ ਫਰੰਟੀਅਰ ਵੱਲ ਚਲਿਆ ਗਿਆ ਸੀ, ਜਿੱਥੇ ਉਹ 29 ਮਾਰਚ 1676 ਨੂੰ ਹੀ ਦਿੱਲੀ ਵਾਪਸ ਪੁੱਜ ਸਕਿਆ ਸੀ।
ਐਸੀ ਸੂਰਤ ਵਿੱਚ ਦਿੱਲੀ ਵਿਖੇ ਔਰੰਗਜ਼ੇਬ ਦੀ ਗੈਰ ਹਾਜ਼ਰੀ ਕਾਰਨ ਇਹ ਪੰਡਤ ਦਿੱਲੀ ਪੁੱਜ ਕੇ ਕੇਵਲ ਦਿੱਲੀ ਦੇ ਸੂਬੇਦਾਰ ਸਾਫੀ ਖਾਨ ਨੂੰ ਹੀ ਮਿਲ ਸਕਦੇ ਸਨ, ਔਰੰਗਜ਼ੇਬ ਨੂੰ ਨਹੀਂ। ਪਰ ਔਰੰਗਜ਼ੇਬ ਤਾਂ ਮਈ-ਜੂਨ 1674 ਨੂੰ ਸਰਹੰਦ ਤੋਂ ਲੰਘਦਿਆਂ ਇਸ ਸੰਬੰਧੀ ਸਭ ਹਦਾਇਤਾਂ ਸੂਬੇਦਾਰ ਸਰਹੰਦ ਨੂੰ ਕਰ ਗਿਆ ਸੀ। ਸੂਬੇਦਾਰ ਸਰਹੰਦ ਦਿਲਾਵਰ ਖਾਨ ਨੇ 25 ਮਈ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਲਏ ਗਏ ਸਟੈਂਡ ਬਾਰੇ ਸੂਚਨਾ ਮਿਲਦਿਆਂ ਹੀ ਰੋਪੜ ਥਾਣੇ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖਾਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਸਰਹੰਦ ਲਿਆਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ। 8 ਜੁਲਾਈ 1675 ਨੂੰ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦੀ ਗੁਰਗੱਦੀ ਨਸ਼ੀਨੀ ਦੀ ਰਸਮ ਪੂਰੀ ਕੀਤੀ ਗਈ। ਗੁਰੂ ਕੀਆਂ ਸਾਖੀਆਂ ਤੇ ਭੱਟ-ਵਹੀਆਂ ਮੁਤਾਬਕ ਸਤਿਗੁਰੂ 10 ਜੁਲਾਈ 1675 ਨੂੰ ਚੱਕ ਨਾਨਕੀ ਆਨੰਦਪੁਰ ਸਾਹਿਬ ਤੋਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਦਿੱਲੀ ਵੱਲ ਰਵਾਨਾ ਹੋਏ ਸਨ, ਜਿੱਥੇ ਕਿ ਬਾਦਸ਼ਾਹ ਔਰੰਗਜ਼ੇਬ ਦੇ ਹੋਣ ਦੀ ਸੰਭਾਵਨਾ ਸੀ। ਮੈਕਾਲਫ ਗਿਆਨੀ ਗਿਆਨ ਸਿੰਘ ਤੇ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੀ ਬੰਸ ਵਿੱਚੋਂ ਅਤੇ ਭਾਈ ਊਦਾ ਜੀ ਵੀ ਗੁਰੂ ਸਾਹਿਬ ਦੇ ਨਾਲ ਹੀ ਦਿੱਲੀ ਗਏ ਸਨ। ਬਾਕੀ ਦੇ ਇਤਿਹਾਸਕਾਰ ਸਰੋਤਾਂ ਮੁਤਾਬਕ ਇਹ ਦੋਵੇਂ ਮਹਾਂਪੁਰਖ ਆਨੰਦਪੁਰ ਸਾਹਿਬ ਤੋਂ ਚੱਲਣ ਵੇਲੇ ਨਾਲ ਨਹੀਂ ਸਨ। ਉਂਝ ਉਹਨਾਂ ਸਰੋਤਾਂ ਰਾਹੀਂ ਵੀ ਇਹ ਸਪਸ਼ਟ ਪਤਾ ਚੱਲਦਾ ਹੈ ਕਿ ਜਦ ਗੁਰੂ ਸਾਹਿਬ ਆਪਣੇ ਉਪਰੋਕਤ 3 ਸਿੱਖਾਂ ਸਮੇਤ ਕੋਤਵਾਲੀ ਵਿਖੇ ਕੈਦ ਸਨ, ਭਾਈ ਗੁਰਦਿੱਤਾ ਜੀ ਅਤੇ ਭਾਈ ਊਦਾ ਜੀ ਦਿੱਲੀ ਦੇ ਦਿਲਵਾਲੀ ਮੁਹੱਲੇ ਵਿੱਚ ਹੋਰ ਜ਼ਰੂਰੀ ਡਿਊਟੀਆਂ ਨਿਭਾਉਣ ਲਈ ਮੌਜੂਦ ਸਨ। ਸਤਿਗੁਰੂ ਚੱਕ ਨਾਨਕੀ ਤੋਂ ਚੱਲ ਕੇ ਕੀਰਤਪੁਰ ਸਾਹਿਬ ਪੁੱਜੇ, ਆਪਣੀ ਸਿੱਖ ਸੰਗਤ ਨੂੰ ਤੇ ਆਪਣੇ ਸੰਬੰਧੀਆਂ ਨੂੰ ਮਿਲੇ ਅਤੇ ਉਹਨਾਂ ਨੂੰ ਸੰਬੋਧਨ ਕੀਤਾ। ਸਭ ਨੂੰ ਚੜ੍ਹਦੀ ਕਲਾ ਵਿੱਚ ਵਿਚਰਨ ਅਤੇ ਸਭ ਦੇ ਮਨਾਂ ਵਿੱਚ ਸੱਚ ਧਰਮ ਲਈ ਮਰ ਮਿਟਣ ਦਾ ਜਜ਼ਬਾ ਪੈਦਾ ਕਰਨ ਲਈ ਜ਼ਰੂਰੀ ਉਪਦੇਸ਼ ਦਿੱਤੇ। 11 ਜੁਲਾਈ 1675 ਨੂੰ ਆਪ ਸਰਸਾ ਪਾਰ ਕਰਕੇ ਜਿਉਂ ਹੀ ਪਿੰਡ ਮਲਕਪੁਰ ਰੰਘਣਾ ਪਰਗਣਾ ਘਨੌਲਾ ਵਿਖੇ ਪੁੱਜੇ, ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖਾਂ ਰੋਪੜ ਵਾਲੇ ਨੇ ਆਪਣੇ ਪੁਲਿਸ ਦਸਤੇ ਦੇ ਜ਼ਰੀਏ ਸਤਿਗੁਰਾਂ ਨੂੰ ਭਾਈ ਮਤੀ ਦਾਸ, ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਸਭ ਨੂੰ ਸਰਹੰਦ ਦੇ ਸੂਬੇਦਾਰ ਪਾਸ ਪੁੱਜਦਾ ਕਰ ਦਿੱਤਾ। ਕੁਝ ਦਿਨ ਸਰਹੰਦ ਰੱਖ ਕੇ ਸਤਿਗੁਰਾਂ ਨੂੰ ਆਪ ਦੇ 3 ਸਿੱਖਾਂ ਸਮੇਤ ਬੱਸੀ ਪਠਾਣਾ ਦੇ ਮੁੱਖ ਕੈਦਖਾਨੇ ਵਿੱਚ ਕੈਦ ਕਰ ਦਿੱਤਾ। ਬੱਸੀ ਪਠਾਣਾ ਦੇ ਕੈਦਖਾਨੇ ਦੀ ਕੈਦ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਤੇ ਆਪ ਦੇ 3 ਸਾਥੀਆਂ ਨੂੰ ਬੜੇ ਖੌਫਨਾਕ ਤੇ ਦਿਲ ਕੰਬਾਊ ਤਸੀਹੇ ਦਿੱਤੇ ਜਾਂਦੇ ਰਹੇ। ਕਾਲਾਂਤਰ ਵਿੱਚ ਸਿੱਖ ਉਦਾਸੀ ਸਾਧੂਆਂ ਨੇ ਬੱਸੀ ਪਠਾਣਾ ਦੇ ਕੈਦਖਾਨੇ ਦੇ ਲਾਗੇ ਹੀ ਸਤਿਗੁਰਾਂ ਦਾ ਯਾਦਗਾਰੀ ਗੁਰਦੁਆਰਾ ਉਸਾਰ ਦਿੱਤਾ ਸੀ। ਸਤਿਗੁਰੂ ਪੌਣੇ 4 ਕੁ ਮਹੀਨੇ ਇਸ ਕੈਦਖਾਨੇ ਵਿੱਚ ਰਹੇ ਸਨ। ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।